ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਤੇ ਇਸ ਮੌਕੇ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਆ ਰਹੀ ਹੈ। ਹੁਣ ਅਸੀਂ ਸੰਗਤ ਤੋਂ ਜਾਣਾਂਗੇ ਕਿ ਇੱਥੇ ਅਸੀਂ ਗੁਰੂ ਸਾਹਿਬ ਜੀ ਨੂੰ ਮੱਥਾ ਤਾਂ ਟੇਕਦੇ ਹਾਂ, ਪਰ ਕੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਵੀ ਕਰਦੇ ਹਾਂ। ਗੁਰਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੱਤਾ ਗਿਆ, ਕੀ ਅਸੀਂ ਉਸ ਬਾਰੇ ਗਿਆਨ ਰੱਖਦੇ ਹਾਂ। ਅਸੀਂ ਸੰਗਤ ਦੇ ਨਾਲ ਗੱਲਬਾਤ ਕਰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ, 11 ਭੱਟਾਂ, 15 ਭਗਤਾਂ ਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਸਿਰਫ ਇੱਕ ਧਰਮ ਗ੍ਰੰਥ ਨਹੀਂ ਨੇ, ਬਲਕਿ ਜਾਗਤ ਜੋਤ ਗੁਰੂ ਨੇ। ਸਿੱਖਾਂ ਦੇ ਹਿਰਦਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਿਸ਼ੇਸ਼ ਸ਼ਰਧਾ, ਉੱਚਾ ਸੁੱਚਾ ਸਤਿਕਾਰ ਅਤੇ ਡੂੰਘਾ ਅਹਿਸਾਸ ਅਤੇ ਮਹੱਤਵ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲਿਖਤ ਰੂਪ ਅਤੇ ਸੰਭਾਲਣ ਦੀ ਪਰੰਪਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਵਨ ਬਚਨ ਇੱਕ ਪੋਥੀ ਵਿੱਚ ਲਿਖੇ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇਣ ਸਮੇਂ ਗੁਰੂ ਜੀ ਨੇ ਇਕੱਤਰ ਕੀਤੀ ਹੋਈ ਪਾਵਨ ਬਾਣੀ ਦੀ ਪੋਥੀ ਵੀ ਉਹਨਾਂ ਨੂੰ ਦਿੱਤੀ ਸੀ। ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੱਕ ਬਾਣੀ ਨੂੰ ਪੋਥੀਆਂ ਵਿੱਚ ਅੰਕਿਤ ਕੀਤਾ ਜਾਣ ਲੱਗਾ। ਇਸ ਤੋਂ ਬਾਅਦ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇਕੱਠਾ ਕਰਕੇ ਗੁਰਬਾਣੀ ਦਾ ਪ੍ਰਮਾਣਿਕ ਗ੍ਰੰਥ ਤਿਆਰ ਕਰਨ ਦਾ ਫੈਸਲਾ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੰਪੂਰਨ ਕੀਤਾ ਗਿਆ। 1599 ਈਸਵੀ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਆਰੰਭ ਹੋਇਆ। ਇਸ ਪਵਿੱਤਰ ਗ੍ਰੰਥ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਸੰਤ ਦਾਸ ਜੀ, ਹਰੀਆ ਜੀ, ਸੁੱਖਾ ਜੀ, ਮਨਸਾ ਰਾਮ ਜੀ ਨੇ ਭਾਈ ਗੁਰਦਾਸ ਜੀ ਦੇ ਸਹਾਇਕ ਲਿਖਾਰੀ ਵਜੋਂ ਸੇਵਾ ਨਿਭਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਸੇਵਾ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਤੇ ਕੀਤੀ ਗਈ। 1604 ਈਸਵੀ ਨੂੰ ਇਸ ਕਾਰਜ ਦੀ ਸੰਪੂਰਨਤਾ ਹੋਈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਉਸ ਵੇਲੇ 95 ਸਾਲ ਦੇ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ। ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਤੋਂ ਬਾਅਦ 1705 ਈਸਵੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕੀ ਕਾਂਸ਼ੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤਾ ਤੇ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦਾ ਪ੍ਰਮਾਣਿਕ ਅਤੇ ਸੰਪੂਰਨ ਰੂਪ ਤਿਆਰ ਕੀਤਾ। ਇਸ ਬੀੜ ਨੂੰ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ। ਇਸ ਨੂੰ ਦਮਦਮੀ ਬੀੜ ਦਾ ਨਾਮ ਦਿੱਤਾ ਗਿਆ। ਸਮੁੱਚੇ ਗ੍ਰੰਥ ਨੂੰ 31 ਰਾਗਾਂ ਦੀ ਤਰਤੀਬ ਦੇ ਅਨੁਸਾਰ ਸੰਪਾਦਿਤ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ ਸੋਦਰ ਦੇ 5 ਸ਼ਬਦ, ਸੋ ਪੁਰਖ ਦੇ 4 ਸ਼ਬਦ ਅਤੇ 16 ਸਾਹਿਬ ਜੀ ਦੇ 5 ਸ਼ਬਦ ਅੰਕਿਤ ਨੇ। ਇਸ ਤੋਂ ਬਾਅਦ ਰਾਗਬੱਧ ਬਾਣੀ ਦਾ ਆਰੰਭ ਹੁੰਦਾ ਹੈ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਅਜਮੇਰ ਕੌਰ ਜੀ। ਕਿੱਥੋਂ ਆਏ ਹੋ ਜੀ? ਅਸੀਂ ਚੰਡੀਗੜ੍ਹ ਤੋਂ। ਅੱਛਾ ਜੀ, ਅੱਜ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਬਹੁਤ ਬਹੁਤ ਮੁਬਾਰਕਾਂ ਹੋਣ। ਬਹੁਤ ਬਹੁਤ ਗੁਰੂ ਸਾਹਿਬ ਜੀ ਦੇ ਅਸੀਂ ਮੱਥਾ ਤਾਂ ਰੋਜ਼ ਟੇਕਦੇ ਆ ਉਹਨਾਂ ਨੂੰ, ਗੁਰੂ ਸਾਹਿਬ ਕੀ, ਪਰ ਕੀ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਵੀ ਕਰਦੇ ਆ। ਗੁਰੂ ਸਾਹਿਬ ਜੀ ਦਾ ਕੋਈ ਉਪਦੇਸ਼ ਜਿਹਨੂੰ ਅਸੀਂ ਅਮਲ 'ਚ ਲਿਆਂਦਾ? ਬਹੁਤ ਵਧੀਆ ਜੀ, ਬਹੁਤ ਅੱਛਾ। ਗੁਰਦੁਆਰੇ ਆਉਣ ਨੂੰ ਬਹੁਤ ਅੱਛਾ ਲੱਗਦਾ ਸਾਨੂੰ। ਅਸੀਂ ਗੁਰਦੁਆਰੇ ਬਹੁਤ ਆਉਂਦੇ ਹਾਂ। ਗੁਰਦੁਆਰੇ ਸੰਗਰਾਂਦ ਨੂੰ ਵੀ ਆਉਂਦੇ ਹਾਂ, ਦਸਵੀਂ ਨੂੰ ਵੀ ਆਉਂਦੇ ਹਾਂ। ਇਸ ਗੁਰਦੁਆਰੇ 'ਚ ਆਉਂਦੇ ਹਾਂ, ਫਤਿਹਗੜ੍ਹ ਵੀ ਜਾਂਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਸੀਂ ਜਾਣਕਾਰੀ ਰੱਖਦੇ ਹੋ? ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵੀ। ਹਾਂਜੀ ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਵਾ ਜੀ। ਸਭ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ। ਗੁਰੂ ਸਾਹਿਬ ਜੀ ਦੇ ਕੋਲ ਅੰਕ ਕਿੰਨੇ ਨੇ? ਦੇਖੋ ਜੀ, ਉਹ ਗੁਰਬਾਣੀ ਦੇ ਕੁਝ ਚੀਜ਼ਾਂ ਸਾਨੂੰ ਨਹੀਂ ਪਤਾ ਵਾ ਜੀ। ਅਸੀਂ ਇੰਨਾ ਗਿਆਨ ਨਹੀਂ ਰੱਖਦੇ ਹਾਂ। ਹਾਂਜੀ ਹਾਂਜੀ। ਗੁਰੂ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਦਿੰਦੇ ਨੇ? ਅਸੀਂ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਅਸੀਂ ਚੰਗੇ ਕੰਮ ਕਰੀਏ, ਲੋਕਾਂ ਦਾ ਭਲਾ ਕਰੀਏ, ਮਨੁੱਖਤਾ ਦੀ ਸੇਵਾ ਕਰੀਏ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਉਹਨਾਂ ਵਾਸਤੇ ਖੜੀਏ। ਅਗਰ ਕਿਸੇ ਨੂੰ ਕੋਈ ਦਿੱਕਤ ਆ,
ਗੁਰੂ ਘਰ ਇਸੇ ਚੀਜ਼ ਲਈ ਬਣੇ ਹੋਏ ਆ। ਲੋਕ ਬਹੁਤ ਦੂਰ ਦੂਰ ਤੋਂ ਆਉਂਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ। ਜੇ ਕਿਸੇ ਨੂੰ ਕਿਸੇ ਚੀਜ਼ ਦੀ ਦਿੱਕਤ ਹੁੰਦੀ ਆ ਤੇ ਪਹਿਲਾਂ ਗੁਰੂ ਘਰੇ ਆਉਂਦਾ ਵਾ। ਜੇ ਕਿਸੇ ਭੁੱਖੇ ਨੂੰ ਰੋਟੀ ਦੀ ਲੋੜ ਆ ਤੇ ਗੁਰੂ ਘਰ ਹੀ ਆਉਂਦਾ ਵਾ ਸਭ ਤੋਂ ਪਹਿਲਾਂ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਜੀ? ਮੇਰਾ ਰਾਜਵਿੰਦਰ ਕੌਰ, ਕਿੱਥੋਂ ਆਏ ਹੋ ਜੀ? ਸਿਰਸਾ ਤੋਂ, ਠੀਕ ਹੈ। ਹਰਿਆਣਾ ਚੋਂ। ਅੱਜ ਆਏ ਹੋ? ਨਾ ਮੈਂ ਇੱਥੇ ਮੇਰੀ ਬਹੁਤ ਸ਼ਰਧਾ ਬਹੁਤ ਭਾਵਨਾ, ਮੈਂ ਆਉਂਦੀ ਰਹਿੰਦੀ ਹਾਂ। ਅੱਛਾ, ਹੁੰਦੇ ਨੇ। ਹਾਂਜੀ ਠੀਕ ਹੈ। ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਬਹੁਤ ਹਾਂਜੀ, ਬਹੁਤ ਬਹੁਤ ਮੁਬਾਰਕ ਸਾਰੀ ਸਾਧ ਸੰਗਤ ਨੂੰ ਵੀ। ਅੱਜ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਅਸੀਂ ਉਹਨਾਂ ਬਾਰੇ ਕੀ ਜਾਣਕਾਰੀ ਰੱਖਦੇ ਹਾਂ? ਉਹਨਾਂ ਬਾਰੇ ਇਹ ਜਾਣਕਾਰੀ ਰੱਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ, ਵੰਡ ਕੇ ਛਕੋ, ਦਸਵੰਧ ਕੱਢੋ। ਜਿੱਥੇ ਜਿਹੜਾ ਹੁਣ ਦਿੱਲੀ ਬਾਰਡਰਾਂ ਦੇ ਉੱਤੇ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਇਹ ਲੰਗਰ ਕਾਜੂ ਬਦਾਮ ਦੇ ਲੱਗੇ, ਬਰਫੀਆਂ ਦੇ ਲੱਗੇ, ਲੰਗਰ ਚੱਲਦੇ ਹੀ ਜਾਂਦੇ ਨੇ, ਚੱਲਦੇ ਹੀ ਜਾਂਦੇ ਨੇ। ਤੇ ਫਿਰ ਸਾਡੇ ਲੋਕਾਂ ਨੇ ਇਹੀ ਜਵਾਬ ਦਿੱਤਾ ਸੀ, ਪੰਜਾਬੀ ਜੱਟ ਸਰਦਾਰਾਂ ਨੇ। ਉਹਨਾਂ ਕਹੇ ਬਾਬੇ ਨਾਨਕ ਦਾ 20 ਰੁਪਏ ਦਾ ਲਾਇਆ ਹੋਇਆ ਲੰਗਰ ਜਿਹੜਾ ਵਿਆਜ ਸਮੇਤ ਆ ਰਿਹਾ, ਖਤਮ ਹੀ ਨਹੀਂ ਹੋ ਰਿਹਾ। ਹਾਂਜੀ, ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਡੀ ਰੱਖਿਆ ਵਾਸਤੇ 24 ਘੰਟੇ ਚੌਪਈ ਸਾਹਿਬ ਦਾ ਪਾਠ ਦੱਸਿਆ ਸੀ ਵੀ ਜਦੋਂ ਤੁਸੀਂ ਇਹ ਬਾਣੀ ਪੜ੍ਹੋਗੇ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ, ਤੁਹਾਡੀ ਰੱਖਿਆ ਕਰਾਂਗਾ। ਹਾਂਜੀ ਪੰਜ ਬਾਣੀਆਂ ਦਾ ਪਾਠ ਕਰਦੇ ਹੋ? ਹਾਂਜੀ ਕਰਦੇ ਹਾਂ ਜੀ, ਸੁਖਮਨੀ ਸਾਹਿਬ ਵੀ ਕਰਦੇ ਹਾਂ, ਸੁਖਮਨੀ ਸਾਹਿਬ ਦਾ ਜਥਾ ਵੀ ਬਣਾਇਆ ਹੋਇਆ। ਹਾਂਜੀ, ਉਹ ਵੀ ਕਰਦੇ ਹਾਂ ਵੀਰਵਾਰ ਦੇ ਵੀਰਵਾਰ, ਘਰਾਂ ਵਿੱਚ ਵੀ ਕਰਦੇ ਹਾਂ। ਜਿਹੜਾ ਕੋਈ ਚਾਹੇ ਫ੍ਰੀ ਕਰਦੇ ਹਾਂ, ਅਸੀਂ ਕੋਈ ਦਕਸ਼ਨਾ ਨਹੀਂ ਲੈਂਦੇ, ਕੁਛ ਨਹੀਂ ਕਰਦੇ। ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਬਾਣੀ ਪੜ੍ਹਦੇ ਅਸੀਂ ਪੰਕਤੀ ਆਮ ਹੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਹਾਂਜੀ ਉਦਾਹਰਨਾਂ ਹੁੰਦੀਆਂ ਨੇ। ਹਾਂਜੀ ਪੜ੍ਹਦੇ ਅਸੀਂ ਕੋਈ ਅਗਰ ਕੋਈ ਬਾਣੀ ਦੀ ਪੰਕਤੀ ਹੋਵੇ ਤੁਸੀਂ ਸੁਣਾਓ। ਹਾਂਜੀ, ਕੋਈ ਜਿਵੇਂ ਸੁਖੀ ਬਸੇ ਮਸਕੀਨੀਆਂ ਆਪ ਨਿਵਾਰਤ ਲੈ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਮਹਾਰਾਜ ਜੀ ਨੇ ਕਿਹਾ ਸੀ ਵੀ ਜਿੰਨਾ ਨੀਵਾ ਹੋ ਕੇ ਚੱਲੋਗੇ ਨਾ ਓਨੇ ਹੀ ਤੁਹਾਨੂੰ ਫਲ ਲੱਗੇਗਾ। ਤੇ ਜਿਵੇਂ ਉੱਚਾ ਹੋ ਕੇ ਬੰਦਾ ਮਾਣ ਕਰ ਦਿੰਦਾ, ਹੰਕਾਰ ਕਰ ਦਿੰਦਾ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਉਹਨੂੰ ਥੱਲੇ ਲਾਉਣਾ ਵੀ ਜਾਣਦੇ ਨੇ। ਕਿੰਨੀਆਂ ਮੁਸੀਬਤਾਂ ਦੇ ਕੇ ਆਪਾਂ ਆਪਣੀ ਸਿੱਖ ਕੌਮ ਨੂੰ ਬਚਾ ਰਹੇ ਹਾਂ, ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਉਹਨਾਂ ਆਖਿਆ ਸੀ ਗੁਰੂ ਗੋਬਿੰਦ ਸਿੰਘ ਨੇ, 4 ਮੂਏ ਤੋਂ ਕਿਆ ਹੋਵੇ ਜੀਵਤ ਕਈ ਹਜ਼ਾਰ। ਦੇਖੋ ਅੱਜ ਕੋਈ ਆਪਣੇ ਬੱਚੇ ਨੂੰ ਕੰਡਾ ਵੀ ਚੁੱਭ ਜੇ ਤੇ ਆਪਾਂ ਕਿੱਦਾਂ ਦੁੱਖ ਮਨਾਉਂਦੇ ਹਾਂ। ਤੇ ਗੁਰੂ ਗੋਬਿੰਦ ਸਿੰਘ ਨੇ ਤੇ ਹੱਸ ਕੇ ਆਪ ਤਿਆਰ ਕਰਕੇ ਆਪ ਦਸਤਾਰਾ ਸਜਾ ਕੇ ਉਹਨਾਂ ਨੂੰ ਭੇਜਿਆ ਸੀ ਜੰਗ ਦੇ ਮੈਦਾਨਾਂ ਵਿੱਚ। ਤੇ ਜਦੋਂ ਭਾਈ ਦਇਆ ਸਿੰਘ ਨੇ ਪੁੱਛਿਆ ਸੀ ਮਾਤਾ ਗੁਜਰੀ ਜੀ, ਤੇ ਉਹ ਵਿਛੜ ਕੇ ਜਦੋਂ ਸਰਸਾ ਨਦੀ ਦੇ ਵਿਛੋੜਾ ਪਿਆ ਸੀ, ਤੇ ਉਹਨਾਂ ਕਿਹਾ ਬਾਬਾ ਜੀ ਤੁਹਾਡੀ ਆਗਿਆ ਹੋਏ ਤੇ ਮੈਂ ਉਹਨਾਂ ਨੂੰ ਲੱਭ ਕੇ ਲਿਆਵਾਂ ਮਾਤਾ ਨੂੰ ਤੇ ਸਾਹਿਬਜ਼ਾਦਿਆਂ ਨੂੰ। ਫਿਰ ਗੁਰੂ ਗੋਬਿੰਦ ਸਿੰਘ ਨੇ ਮੁਸਕਰਾ ਕੇ ਜਵਾਬ ਦਿੱਤਾ ਸੀ ਕਿ ਆਂਦੇ ਉਹਨਾਂ ਨੂੰ ਤੇ ਆਪਾਂ ਸੱਚਖੰਡ ਵਿੱਚ ਮਿਲ ਲਾਂਗੇ। ਚਲੋ ਉਹਨਾਂ ਨੇ ਫਿਰ ਆਪਣਾ ਆਸਾ ਦੀ ਵਾਰ ਦਾ ਕੀਰਤਨ ਦਾ ਟਾਈਮ ਹੋ ਗਿਆ ਸੀ, ਚਲਦੇ ਚਲਦੇ ਰਾਤ ਜਦੋਂ ਚਮਕੌਰ ਦੀ ਗੜੀ ਚੋਂ ਨਿਕਲੇ ਸੀ। ਫਿਰ ਉਹਨਾਂ ਆਖਿਆ ਭਾਈ ਲਿਆਓ ਲੱਭ ਕੇ ਰਾਗੀ ਸਾਜੀ ਤੇ ਆਪਾਂ ਆਸਾ ਦੀ ਵਾਰ ਕਰਨੀ ਹੈ। ਫਿਰ ਭਾਈ ਦਇਆ ਸਿੰਘ ਨੇ ਆਖਿਆ ਸੀ ਵੀ ਹੁਣ ਆਸਾ ਦੀ ਵਾਰ ਦਾ ਕੀਰਤਨ ਨਹੀਂ ਆਪਾਂ ਕਰ ਸਕਦੇ, ਆਪਣੇ ਕੋਲ ਸਿੰਘ ਰਹਿ ਗਏ ਸਾਰੇ 2500 ਤੇ ਪਿੱਛੇ ਜਥਾ ਆ ਰਿਹਾ ਚੜ ਕੇ ਔਰੰਗਜ਼ੇਬ ਦਾ, ਤੇ ਹੁਣ ਆਪਾਂ ਆਸਾ ਦੀ ਵਾਰ ਦਾ ਕੀਰਤਨ ਬਾਅਦ ਚ ਕਰ ਲਾਂਗੇ। ਉਹਨਾਂ ਆਖਿਆ ਨਾ, ਇੱਥੇ ਹੀ ਆਸਾ ਦੀ ਵਾਰ ਦਾ ਕੀਰਤਨ ਹੋਏਗਾ। 250 ਸਿੰਘਾਂ ਨੂੰ ਤੁਸੀਂ ਇੱਧਰ ਰੱਖਿਆ ਕਰਨ ਵਾਸਤੇ ਲਾ ਦਿਓ। 250 ਸਿੰਘਾਂ ਨੂੰ ਨਾਲ ਲਾ ਕੇ ਫਿਰ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਤਾ। ਜਾਂ ਵੇਖਿਆ ਵੀ ਜਿਹੜੇ ਉੱਚੀ ਪਹਾੜੀਆਂ ਤੇ ਚੜਾਏ ਸੀ ਨਾ ਸਿੰਘ, ਫਿਰ ਉਹ ਸ਼ਹੀਦੀਆਂ ਪਾ ਗਏ ਸੀ। ਫਿਰ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਵੀ ਬਾਬਾ ਜੀ ਤੁਹਾਨੂੰ ਕਿਹਾ ਸੀ ਵੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਅੱਗੇ ਜਾ ਕੇ ਕਰਾਂਗੇ। ਉਹਨਾਂ ਆਖਿਆ ਨਹੀਂ, ਗੁਰੂ ਨਾਨਕ ਦੇਵ ਜੀ ਦਾ ਇਹੀ ਟਾਈਮ ਹੈ, 2:30-3 ਤੋਂ ਲੈ ਕੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਏਗਾ। ਪਰ ਜੇ ਆਸਾ ਦੀ ਵਾਰ ਦਾ ਕੀਰਤਨ ਨਾ ਉਸ ਟਾਈਮ ਸ਼ੁਰੂ ਕਰਦੇ, ਫਿਰ ਕਹਿੰਦੇ ਆਪਾਂ ਵੀ ਨਹੀਂ ਸੀ ਮਿਲਣਾ ਇੱਥੇ, ਆਪਾਂ ਵੀ ਖਤਮ ਹੋ ਜਾਣਾ ਸੀ। ਪਰ ਉਹਨਾਂ ਨੇ ਇੰਨੀਆਂ ਮੁਸੀਬਤਾਂ ਦੇ ਵਿੱਚ ਵੀ ਆਪਣੀ ਬਾਣੀ ਨਹੀਂ ਛੱਡੀ। ਸਾਨੂੰ ਸਿੱਖਾਂ ਨੂੰ ਇਹੀ ਉਪਦੇਸ਼ ਦਿੱਤਾ, ਤੁਹਾਡੇ ਤਾਂ ਕਿੰਨੀਆਂ ਮੁਸੀਬਤਾਂ ਆ ਜਾਣ, ਤੁਹਾਡੇ ਘਰ 'ਚ ਕੋਈ ਦੁੱਖ ਮੁਸੀਬਤ ਹੋ ਜਾਏ, ਪਰ ਤੁਸੀਂ ਬਾਣੀ ਨਹੀਂ ਛੱਡਣੀ। ਆਪਾਂ ਬਾਣੀ ਦਾ ਆਪਾਂ ਨੂੰ ਉਪਦੇਸ਼ ਦਿੱਤਾ, ਉਹ ਅਸੀਂ ਆਪਣੇ ਕੁਰਬਾਨੀ ਦੇ ਸਕਦੇ, ਆਪਣੇ ਗੁਰੂਆਂ ਵਾਸਤੇ ਅਸੀਂ ਸਿਰ ਕਟਾ ਸਕਦੇ, ਲੇਕਿਨ ਉਹਨਾਂ ਵਾਸਤੇ ਅਸੀਂ ਖਿਲਾਫ ਸੁਣ ਨਹੀਂ ਸਕਦੇ ਕੋਈ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਕਰਨਵੀਰ ਸਿੰਘ ਹੈ ਜੀ। ਕਿੱਥੋਂ ਆਏ ਹੋ ਜੀ? ਮੈਂ ਜੰਡਪੁਰ ਤੋਂ ਹੈ ਠੀਕ ਜੀ, ਖਰੜ ਕਿੱਧਰ ਹੈ ਜੀ ਪਿੰਡ। ਰੋਜ਼ਾਨਾ ਆਉਂਦੇ ਹੋ ਜੀ ਇੱਥੇ? ਨਹੀਂ, ਜਦੋਂ ਟਾਈਮ ਲੱਗਦਾ, ਜਦੋਂ ਵੀ ਟਾਈਮ ਬਣਦਾ ਉਦੋਂ ਆ ਜਾਂਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਕੀ ਜਾਣਕਾਰੀ ਰੱਖਦੇ ਹੋ? ਮਤਲਬ 10ਵੇਂ ਪਾਤਸ਼ਾਹ ਨੇ ਗੁਰਗੱਦੀ ਗੁਰੂ ਦਿੱਤੀ। ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ? 6 ਗੁਰੂਆਂ ਦੀ ਬਾਣੀ ਹੈ ਜੀ, ਤੇ 11 ਭੱਟਾਂ ਦੀ ਹੈ ਜੀ, 15 ਭਗਤਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ। ਗੁਰੂ ਸਾਹਿਬ ਜੀ ਦੇ ਰੋਜ਼ਾਨਾ ਜੀਵਨ ਦੇ ਵਿੱਚ ਜੋ ਘਟਨਾਵਾਂ ਘਟਦੀਆਂ ਨੇ, ਕੋਈ ਪੰਕਤੀਆਂ ਸੀ ਕਿਹੜੀ ਬਾਣੀ ਪੜ੍ਹਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ? ਇਹ ਬਾਣੀ ਤਾਂ ਰੋਜ਼ ਹੀ ਪੜ੍ਹਦੇ ਜੀ, ਜਪਜੀ ਸਾਹਿਬ ਹੋਏ ਜੀ, ਰਹਿਰਾਸ ਸਾਹਿਬ ਹੋਈ ਜੀ, 5 ਨਿਤਨੇਮ ਹੋਏ ਜੀ, ਸਾਰੀ ਬਾਣੀ ਪੜ੍ਹਦੇ। ਕੋਈ ਵੀ ਜੋ ਤੁਹਾਨੂੰ ਯਾਦ ਹੋ, ਜੋ ਬਹੁਤ ਦਿਲ ਦੇ ਕਰੀਬ ਹੋਵੇ? ਵੈਸੇ ਤਾਂ ਬਾਣੀ ਸਾਰੀ ਦਿਲ ਦੇ ਕਰੀਬ ਹੀ ਹੁੰਦੀ ਹੈ। ਹਾਂਜੀ, ਬਾਣੀ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਾਰੇ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ। ਨਾਮ ਹੈ ਜੀ? ਇੰਦਰਜੀਤ ਕੌਰ। ਅਸੀਂ LIC ਕਲੋਨੀ ਮੁੰਡੀ ਖਰੜ ਤੋਂ ਜੀ। ਠੀਕ ਹੈ, ਪੂਰੇ ਪਰਿਵਾਰ ਨਾਲ ਆਇਓ? ਹਾਂਜੀ, ਅੱਜ ਬੇਟੇ ਨੂੰ ਬੁਲਟ ਦਵਾਇਆ ਸੀ। ਮੈਂ ਕਿਹਾ ਬਾਬਾ ਜੀ ਦਾ ਗੁਰਪੁਰਬ ਵੀ ਹੈਗਾ, ਅੱਜ ਪ੍ਰਕਾਸ਼ ਉਤਸਵ ਹੈਗਾ, ਇਹਦੀ ਖੁਸ਼ੀ 'ਚ ਆਏ ਸੀ। ਹਾਂਜੀ, ਪਰਮਾਤਮਾ ਦਾ ਸ਼ੁਕਰ ਕਰਨਾ। ਹਾਂਜੀ, ਠੀਕ ਹੈ ਜੀ, ਤੁਸੀਂ ਤੁਹਾਡਾ ਕੀ ਨਾਮ ਹੈ ਜੀ? ਮਨਜੀਤ ਕੌਰ ਜੀ। ਠੀਕ ਹੈ ਜੀ, ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਆਏ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸੀਂ ਕੀ ਜਾਣਕਾਰੀ ਰੱਖਦੇ ਹਾਂ? ਕੁੱਲ ਅੰਕ ਕਿੰਨੇ ਨੇ? ਬੇਟਾ ਇੰਨਾ ਹੁਣ ਧਿਆਨ ਨਹੀਂ ਹੈਗਾ ਦਿਮਾਗ 'ਚ, ਪਰ ਬਾਣੀ ਪੜ੍ਹਦੇ ਆ ਜੀ? ਬਾਣੀ ਪੜ੍ਹਦੇ, ਜਪਜੀ ਸਾਹਿਬ, ਸੁਖਮਨੀ ਸਾਹਿਬ, ਰਹਿ ਰਾਸ, ਕੀਰਤਨ ਸੋਲਾ ਇਹ ਕਰਦੇ ਹਾਂਜੀ। ਦਰਬਾਰ ਸਾਹਿਬ ਪਾਠ ਕਰ ਲਈਦਾ ਥੋੜ੍ਹਾ ਬਹੁਤਾ, ਮਤਲਬ ਪਹਿਲੀ ਪੌੜੀ ਦਾ ਜੀ। ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਚੰਗਿਆਂ ਦੀ, ਕਬੀਰਾਂ ਦੀ, ਫਕੀਰਾਂ ਦੀ, ਸਾਰਿਆਂ ਦੀ ਬਾਣੀ ਮਿਲੇਗੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਆ, ਕਿਰਤ ਕਰੋ, ਦਸਵੰਧ ਛੱਡੋ ਆਪਣੇ ਕਮਾਈ ਚੋਂ ਤੇ ਦਾਨ ਕਰੋ ਤੇ ਬਾਣੀ ਪੜੋ ਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੇ ਉਹ ਰੱਖੋ, ਵਿਸ਼ਵਾਸ ਰੱਖੋ, ਕਿਸੇ ਹੋਰ ਤੇ ਨਹੀਂ। वाहिगुरु की फतेह वाहिगुरु खालसा। ਕੀ ਨਾਮ ਹੈ ਜੀ? हमारे उर्मिला। ठीक है, आज पहली बार आए हो? हाँ जी हाँ जी आज श्री गुरु ग्रंथ साहिब जी का पहला प्रकाश दिहाड़ा है। हाँ जी हाँ जी हाँ जी। तो आप वो इसके लिए नतमस्तक होने आए हो? पूरे परिवार के साथ आए हो? हाँ हाँ भाई यही लड़का है हम। ठीक है हाँ जी हाँ जी। जी। वाहिगुरू जी का खालसा वाहिगुरू जी की फतेह। वाहिगुरू जी की के नाम है खालसा। जी? ममता है जी। कित्थों आए हो? सुंडरा ते है जी, डेरा बसी के पास से। अच्छा ठीक है, पूरे परिवार नाल आए हो? हाँ जी, एक बेटी घर पे है जी। ठीक है। की नाम है जी? ਜਸਪਾਲ ਸਿੰਘ। ठीक है, आज आए हो फिर रोजाना ही आਉਂਦੇ ਹੋ? ਨਹੀਂ ਪੱਕਾ ਇੱਕ ਪ੍ਰੋਗਰਾਮ ਉਹਦੇ ਵਿੱਚ ਹੈ, ਕੋਈ ਪ੍ਰੋਗਰਾਮ ਹੁੰਦਾ ਤਾਂ ਸਾਰੇ ਗੁਰੂ ਸਾਹਿਬ ਬਣਾ ਦੀ, ਸਾਰੇ ਗੁਰੂ ਅੱਠ ਗੁਰੂ ਸਾਹਿਬ। ਗੁਰਪ੍ਰੀਤ ਸਿੰਘ ਹੈ ਜੀ ਮੇਰਾ ਨਾਮ। ਕਿੱਥੋਂ ਆਏ ਹੋ? ਇੱਥੇ ਲੋਕਲ ਹੀ ਡੇਲੀ ਮੱਥਾ ਟੇਕਣ ਆਈਦਾ ਜੀ ਅਸੀਂ। ਹਾਂਜੀ, ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਕੀ ਜਾਣਕਾਰੀ ਹੈ, ਕੀ ਉਪਦੇਸ਼ ਦਿੰਦੇ ਨੇ ਗੁਰੂ ਸਾਹਿਬ? ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਪੂਰੀ ਜਗਤ ਦੇ ਗੁਰੂ ਆ ਜੀ, ਤੇ ਜਿਹਦੇ ਵਿੱਚ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਇੱਕ ਧਰਮ ਦੇ ਲਈ ਨਹੀਂ ਹੈ, ਪੂਰੀ ਮਨੁੱਖਤਾ ਦਾ ਜਿਹੜਾ ਗੁਰੂ ਆ, ਜਿਹਦੇ ਵਿੱਚ ਗੁਰੂਆਂ ਭੱਟਾਂ ਤੇ ਜਿਹੜੇ ਰੱਗੀ ਉਹਨਾਂ ਦੀ ਜਿਹੜੀ ਬਾਣੀ ਆ ਉਹ ਦਰਜ ਹੈਗੀ ਆ। ਸੋ ਆਪਾਂ ਨੂੰ ਇਹ ਮਤਲਬ ਜ਼ਰੂਰੀ ਨਹੀਂ ਹੈ ਕਿ ਸਿੱਖ ਧਰਮ ਦਾ ਹੀ ਜਿਹੜਾ ਪਰੋਕਾਰ ਆ ਉਹ ਫੋਲੋ ਕਰੇ, ਮਤਲਬ ਆਪਾਂ ਮਤਲਬ ਇੱਕ ਧਰਮ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਨੂੰ ਇੱਕ ਸੰਦੇਸ਼ ਦਿੱਤਾ ਗਿਆ, ਜਿਹਦੇ ਵਿੱਚ ਆਪਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਮਤਲਬ ਇੱਕ ਗੁਰੂ ਦੇ ਲੜ ਲੱਗਣਾ ਹੈਗਾ, ਤੇ ਆਪਾਂ ਮਤਲਬ ਨਾ ਕਿ ਕਿਸੇ ਪੱਥਰ ਨੂੰ ਪੂਜਣਾ, ਆਪਾਂ ਇੱਕ ਸ਼ਬਦ ਨੂੰ ਪੂਜਣਾ ਹੈਗਾ, ਤੇ ਜਿਹਦੇ ਰਸਤੇ ਆਪਾਂ ਮਤਲਬ ਪ੍ਰਮਾਤਮਾ ਦਾ ਮੇਲ ਮਤਲਬ ਆਪਾਂ ਪ੍ਰਮਾਤਮਾ ਨਾਲ ਮਿਲ ਸਕਦੇ ਹਾਂ ਤੇ ਪ੍ਰਮਾਤਮਾ ਨੂੰ ਆਪਣੇ ਮਤਲਬ ਹਾਜ਼ਰ ਨਾਜ਼ਰ ਮਤਲਬ ਦੇਖ ਸਕਦੇ ਹਾਂ। ਸਟਿਲ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਜ਼ਰ ਦੇ ਜ਼ਰੀਏ, ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਗੁਰੂ ਸਾਹਿਬ ਕਹਿੰਦੇ ਆ, ਉਹਨੂੰ ਆਪਾਂ ਮਤਲਬ ਸੁਣ ਸਕਦੇ ਹਾਂ, ਉਹਨਾਂ ਜੋ ਸਾਨੂੰ ਉਪਦੇਸ਼ ਦਿੰਦੇ ਆ, ਮਤਲਬ ਆਪਾਂ ਉਹਨਾਂ ਨਾਲ ਗੱਲਾਂ ਕਰ ਸਕਦੇ ਹਾਂ। ਸੋ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਅੱਜ ਦੇ ਦਿਨ ਤੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ। ਕੋਈ ਬਾਣੀ ਦੀ ਪੰਕਤੀ ਹੋਵੇ ਜੋ? ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤਮਟ ਆਈ। ਅੱਜ ਦੇ ਦਿਨ ਦੇ ਵਿੱਚ ਮਤਲਬ ਤੁਰ ਤੋਂ ਬਾਣੀ ਆਈ ਸੀ, ਜਿਹਨੇ ਪੂਰੀ ਮਾਨਵਤਾ ਨੂੰ ਮਤਲਬ ਠੰਡਾਰ ਕਰਕੇ ਰੱਖਿਆ, ਕਿ ਜਿਨ੍ਹਾਂ ਨੇ ਮਤਲਬ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਆ ਉਹ ਕਿੰਨਾ ਉੱਚਾ ਕਿੰਨਾ ਸੁੱਚਾ ਹੋ ਸਕਦਾ। ਉਹ ਜੇਕਰ ਆਪਾਂ ਤੁਰਕੀ ਬਾਣੀ ਨੂੰ ਲੈ ਕੇ ਚੱਲਦੇ ਹਾਂ ਤਾਂ ਨੈਚੁਰਲੀ ਸਾਨੂੰ ਬਹੁਤ ਸਾਰਾ ਸਿੱਖਣ ਨੂੰ ਮਿਲਦਾ। ਮਤਲਬ ਗਾਗਰ ਦੇ ਵਿੱਚ ਸਾਗਰ, ਆਪਾਂ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਵਿੱਚ ਉਹ ਚੀਜ਼ਾਂ ਆਈਆਂ ਜਿਹੜੀਆਂ ਅੱਜ ਵੀ ਜਿਹੜੀ ਸਾਇੰਸ ਆ ਉਹ ਲੱਭ ਰਹੀ ਆ, ਬਟ ਗੁਰੂ ਨਾਨਕ ਸਾਹਿਬ ਬਹੁਤ 400 ਸਾਲ ਪਹਿਲਾਂ ਵੀ ਸਾਨੂੰ ਉਹ ਉਪਦੇਸ਼, ਉਹ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿ ਕੇ ਮਤਲਬ ਗਏ ਨੇ, ਤੇ ਉਹ ਅੱਜ ਵਿਗਿਆਨੀਆਂ ਨੂੰ ਲੱਭ ਰਹੀਆਂ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਮੈਂ ਤਰਨਤਾਰਨ ਤੋਂ, ਤਰਨਤਾਰਨ ਸਾਹਿਬ ਅੰਮ੍ਰਿਤਸਰ ਡਿਸਟ੍ਰਿਕਟ ਤਰਨਤਾਰਨ ਪੈਂਦਾ ਜੀ, ਉਹਦੇ ਲਾਗੇ ਪਿੰਡ ਠੱਠਾ ਹੈ ਜੀ। ਹਾਂਜੀ, ਤਰਨਤਾਰਨ ਸਰਹਾੜੀ ਦੇ ਪੱਟੀ ਦੇ ਵਿਚਕਾਰ ਪੈ ਜਾਂਦਾ ਜੀ, ਤੇ ਡਿਸਟ੍ਰਿਕਟ ਤਰਨਤਾਰਨ ਤੇ ਪਿੰਡ ਠੱਠਾ ਜੀ। ਤੇ ਮੈਂ ਜੀ ਆਪਣੇ ਅੱਜ ਤੋਂ 10 ਸਾਲ ਪਹਿਲਾਂ ਨਾ ਥੋੜ੍ਹਾ ਜਿਹਾ ਗਲਤ ਕੰਮਾਂ 'ਚ ਪੈ ਗਿਆ ਸੀ, ਉਹਦਾ ਕਰਕੇ ਮੈਨੂੰ ਦੌਰੇ ਪੈਣ ਲੱਗ ਪਏ ਸੀ। ਦੌਰੇ ਪੈਣ ਲੱਗ ਪਏ ਤੇ ਮੈਨੂੰ ਜੀ ਉੱਥੋਂ ਡਾਕਟਰ ਨਾ ਸਾਡੇ ਪਰਾਂ ਪੱਟੀ ਲੱਗ ਕੇ ਪੈਂਦਾ ਜੀ, ਅਲਗੋਂ ਕੋਠੀ ਹੈ ਜੀ, ਉੱਥੇ ਚੱਲ ਗਿਆ ਮੈਂ। ਤੇ ਉੱਥੇ ਜਾ ਕੇ ਡਾਕਟਰ ਨੇ ਮੈਨੂੰ ਕਿਹਾ ਵੀ ਤੁਹਾਨੂੰ ਫਿਟੌਨ ਗੋਲੀ ਡੱਬੀ ਹੁੰਦੀ ਹੈ ਫਿਟੌਨ ਦੀ ਜੀ, ਦੌਰਿਆਂ ਦੀ, ਤੇ ਉਹ ਖਾਣ ਲੱਗ ਪਏ ਜੀ। ਮੈਂ ਉਹ ਖਾਣ ਲੱਗ ਪਏ ਤੇ ਮੁੜ ਕੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ 4 ਸਾਲ ਦਾ ਕੋਰਸ ਹੈ, ਤੈਨੂੰ ਖਾਣੀ ਪੈਣੀ ਜੀ। ਮੈਂ 4 ਸਾਲ ਬੜੇ ਔਖੇ ਹੋਏ ਖਾਧੀ ਜੀ, ਡੇਲੀ ਆਪਣੇ ਸੁਬਾਹ ਸ਼ਾਮ ਗੋਲੀ ਖਾਣੀ। ਤੇ ਮੁੜ ਕੇ ਬਾਅਦ 'ਚ ਡਾਕਟਰ ਕੋਲ ਫਿਰ ਗਿਆ, ਉਹ ਕਹਿੰਦਾ ਵੀ ਹੁਣ ਤੂੰ ਇਹ ਘੱਟ ਕਰ ਦੇ,
ਹੁਣ ਤੇਰਾ ਦੌਰੇ ਫਰਕ ਪੈ ਗਿਆ ਜੀ, ਤੂੰ ਇੱਕ ਘੱਟ ਕਰ ਦੇ। ਮੈਂ ਇੱਕ ਘੱਟ ਕਰਤੀ, ਇੱਕ ਜਦੋਂ ਘੱਟ ਕਰਤੀ 4 ਸਾਲ ਤੋਂ ਬਾਅਦ ਮੈਨੂੰ ਫਿਰ ਦੌਰਾ ਪੈ ਗਿਆ ਜੀ। ਦੌਰੇ ਪੈ ਗਏ ਤੇ ਮੈਨੂੰ ਫਿਰ ਹੜ ਕੇ ਮੈਂ ਡਾਕਟਰ ਹੋ ਗਿਆ। ਡਾਕਟਰਾਂ ਦਾ ਵੀ ਹੁਣ ਉਹਨੇ ਚੈੱਕ ਕੀਤਾ, ਉਹ ਕਹਿੰਦਾ ਵੀ ਹੁਣ ਤੇਰੀ ਰੋਟੀ ਛੱਡਦੀ, ਦਵਾਈ ਨਹੀਂ ਛੱਡਦਾ, ਜ਼ਿੰਦਗੀ ਭਰ ਹੀ ਤੈਨੂੰ ਦਵਾਈ ਫਟਾਉਣ ਖਾਣੀ ਪੈਣੀ ਆ। ਮੈਂ ਡਾਕਟਰ ਸਾਹਿਬ ਇਹਦਾ ਇਲਾਜ ਕਹਿੰਦਾ ਦੁਨੀਆ ਦੇ ਦਾ ਦੌਰੇ ਦਾ ਕੋਈ ਇਲਾਜ ਨਹੀਂ ਹੈਗਾ। ਤੇ ਮੈਂ ਇੱਥੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਆ ਗਿਆ ਜੀ। ਇੱਥੇ ਆ ਕੇ ਮੈਂ ਰਾਤ ਨੂੰ ਉੱਠ ਕੇ ਸਵੇਰ 2 ਵਜੇ ਉੱਠ ਕੇ ਤੇ ਸੇਵਾ ਕਰ ਲੈ ਪਿਆ ਕਰਨੀ, ਆ ਕੇ ਮਹਾਰਾਜ ਦੇ ਘਰੇ ਇਹ ਲੰਗਰ ਦੇ ਵਿੱਚ ਆਪਣੀ ਲੀਰ ਮਾਰ ਲੈ ਪਿਆ ਕਰਨੀ। ਇੱਕ ਦਿਨ ਇੱਥੇ ਖੂਨਦਾਨ ਦਾ ਕੈਂਪ ਲੱਗਾ ਸੀ, ਖੂਨਦਾਨ ਦਾ ਕੈਂਪ ਲੱਗਾ ਸੀ ਤੇ ਉਹ ਮੈਡਮ ਮੈਂ ਖੂਨ ਦੇਣਾ, ਕਹਿੰਦੀ ਤੁਹਾਨੂੰ ਕੋਈ ਪ੍ਰੋਬਲਮ ਕਿ ਨਹੀਂ ਕਿਉਂਕਿ ਤੁਸੀਂ ਮੈਡੀਸਨ ਖਾਂਦੇ ਹੋ। ਮੈਂ ਇਫਟਾਉਨ ਦਵਾਈ ਖਾਣਾ ਜੀ। ਤੇ ਕਹਿੰਦੀ ਇਫਟਾਉਨ ਖਾਦੇ ਤੇ ਮੈਂ ਇਹਦਾ ਕਹਿੰਦੀ ਫਿਰ ਤੇ ਖੂਨ ਨਹੀਂ ਦੇ ਸਕਦੇ। ਤੇ ਮੈਨੂੰ ਆਂਦੇ ਵੀ ਇਹਦਾ ਕੋਈ ਇਲਾਜ, ਮੈਂ ਵੀ ਇਲਾਜ ਇਹਦਾ ਹੈਗਾ ਕੋਈ? ਕਹਿੰਦੀ ਇਹਦਾ ਇਲਾਜ ਕੋਈ ਨਹੀਂ ਹੈ। ਇਲਾਜ ਕਹਿੰਦੀ ਆ ਸਿੰਘ ਸ਼ਹੀਦ ਹੈ ਜੀ, ਉਹਨੇ ਹੱਥ ਹੀ ਕਰਤਾ ਜੀ ਸਿੰਘ ਸ਼ਹੀਦ ਹੈ। ਮੈਂ ਠੀਕ ਹੈ ਜੀ। ਮੈਂ ਅਰਦਾਸ ਬੇਨਤੀ ਕੀਤੀ ਜੀ। ਉਹ ਤੋਂ ਬਾਅਦ ਫਿਰ ਮੈਨੂੰ ਘਰਦਿਆਂ ਨੇ ਕਹਿਣਾ ਵੀ ਤੂੰ ਦਵਾਈ ਨਾ ਛੱਡ, ਤੁਹਾਨੂੰ ਇੰਨੀ ਪ੍ਰੋਬਲਮ ਹੋਈ ਆ। ਮੈਂ ਘਰ ਦੇ ਵਿੱਚੋਂ 3 ਮੇਰੀਆਂ ਬੇਟੀਆਂ ਜੀ, ਮੈਂ ਆਪਣੇ ਮੰਮੀ ਆ, ਵੀ ਘਰ ਵਾਲੀ ਆ, 5 ਜੀ ਮੇਰੇ ਉੱਪਰ ਡਿਪੈਂਡ ਆ। ਚਲੋ ਪਰਮਾਤਮਾ ਹੀ ਕਰਨ ਵਾਲਾ, ਮੈਂ ਤਾਂ ਕੌਣ ਹੈ ਜੀ। ਘਰ ਦੇ ਇੰਨੀ ਕੇਅਰ ਕਰਦੇ, ਕਹਿੰਦੇ ਵੀ ਨਹੀਂ ਤੁਸੀਂ ਆਪਣੇ ਗੋਲੀ ਨਾ ਛੱਡੋ। ਮੈਂ ਨਹੀਂ, ਮੈਨੂੰ ਸਿੰਘ ਸ਼ਹੀਦਾਂ ਦੇ ਪੂਰਾ ਭਰੋਸਾ ਜੀ। ਮੇਰੇ ਦਿਲ ਦੀ ਆਵਾਜ਼ ਕਹਿੰਦੀ ਮੈਂ ਦਵਾਈ ਨਹੀਂ ਖਾਣੀ। ਉਦੋਂ ਬਾਅਦ ਜੀ ਫਿਰ ਮੈਂ ਦਵਾਈ ਆਪਣੀ ਫਟਾਉਣ ਦਵਾਈ ਬੰਦ ਕਰਤੀ। ਅੱਜ 7-8 ਸਾਲ ਹੋ ਗਿਆ ਜੀ। ਇਹ ਸਿੰਘ ਸ਼ਹੀਦਾਂ ਦੀ ਇੰਨੀ ਕਿਰਪਾ ਜੀ ਮਹਾਰਾਜ ਦੀ, ਤੇ ਕੋਈ ਦੌਰਾ ਨਹੀਂ ਪਿਆ। ਤੋਂ ਬਾਅਦ ਜੀ ਕੋਈ ਮੈਨੂੰ ਪ੍ਰੋਬਲਮ ਨਹੀਂ ਹੋਈ। ਜਿਹੜਾ ਡਾਕਟਰ ਮੈਨੂੰ ਕਹਿੰਦਾ ਸਵੇਰ ਸ਼ਾਮ ਦਵਾਈ ਖਾਣੀ ਪੈਣੀ ਹੈ ਜੀ, ਇੱਕ ਚਮਤਕਾਰ ਮਹਾਰਾਜ ਨੇ ਕਰਤਾ ਜੀ, ਸਿੰਘ ਸ਼ਹੀਦਾਂ ਨੇ ਜੀ। ਇਹ ਤੋਂ ਵੱਡਾ ਦਰ ਮੈਂ ਅਜੇ ਤੱਕ ਜ਼ਿੰਦਗੀ 'ਤੇ ਮੈਂ ਨਹੀਂ ਕਦੇ ਵੇਖਿਆ ਜੀ। ਇਹਨਾਂ ਦੀ ਕਿਰਪਾ ਇੰਨੀ ਕਿਰਪਾ ਜੀ, ਜੋ ਤੋਂ ਆਪਾਂ ਮੰਗਦੇ ਹਾਂ ਜੀ ਉਹੀ ਮਿਲਦਾ ਜੀ। ਮੈਨੂੰ ਤਾਂ ਆਪਣੇ ਇੱਕ ਹੱਥਾਂ ਦੇ ਸਰੋਂ ਜਮਾਈ ਹੈ ਜੀ। ਜਿਸ ਤਰ੍ਹਾਂ ਕੋਈ ਮੈਨੂੰ ਕਹਿਣ ਲੱਗ ਪਏ ਵੀ ਤੁਹਾਡਾ ਕੋਈ ਇਲਾਜ ਨਹੀਂ ਹੈਗਾ, ਜ਼ਿੰਦਗੀ 'ਤੇ ਦਵਾਈ ਖਾਣੀ ਪੈਣੀ, ਤੇ ਮੈਨੂੰ 'ਤੇ ਬਹੁਤ ਤਗੜੀ ਕਿਰਪਾ ਕੀਤੀ ਸਿੰਘ ਸ਼ਹੀਦਾਂ ਨੇ ਵੀ ਜਿਹੜਾ ਅੱਜ ਮੈਂ ਸਹੀ ਸਲਾਮਤ, ਅੱਜ 8 ਜਾਂ 10 ਸਾਲ 8 ਜਾਂ 9 ਸਾਲ ਹੋ ਗਏ ਜੀ, ਮੈਂ ਕੋਈ ਦਵਾਈ ਨਹੀਂ ਖਾਂਦਾ। ਨਹੀਂ ਤੇ ਮੈਨੂੰ ਫਟਾਉਣ ਸਵੇਰ ਸ਼ਾਮ ਗੋਲੀ ਖਾਣੀ ਪੈਂਦੀ। ਅੱਜ ਕੱਲ੍ਹ 300-400 ਰੁਪਏ ਡੱਬੀ ਆਉਂਦੀ ਹੈ ਜੀ, ਤੇ ਬੜੀ ਮੁਸ਼ਕਲ ਨਾਲ ਮੈਂ ਚਲੋ ਕਿੰਜਰ ਖਾਧੀ। ਤੇ ਹੁਣ ਮਹਾਰਾਜ ਦੀ 7-8 ਸਾਲ ਹੋ ਗਏ ਇਹਦੀ ਕਿਰਪਾ ਜੀ, ਕੋਈ ਦਵਾਈ ਨਹੀਂ ਖਾਂਦਾ ਜੀ। ਹੁਣ ਮੈਂ ਬਾਹਰ ਵੀ ਢੋਈ ਵੀ ਜਾ ਕੇ ਆਇਆ, ਚਲੋ ਮਹਾਰਾਜ ਉੱਥੇ ਮੈਡੀਸਨ ਵਾਲਾ ਬੰਦਾ ਬਹੁਤ ਘੱਟ ਜਾਂਦਾ ਜੀ, ਕੋਈ ਪ੍ਰੋਬਲਮ ਨਹੀਂ ਆਈ ਮੈਡੀਕਲ ਦੇ ਵਿੱਚ। ਮੈਂ ਸਾਰੇ ਮੇਰੇ ਮੈਡੀਕਲ ਹੋਏ ਆ ਜੀ। ਇੰਨੀ ਸਿੰਘ ਸ਼ਹੀਦਾਂ ਦੀ ਕਿਰਪਾ ਵੀ ਇਹਦੇ ਵਰਗਾ ਦਰ ਜ਼ਿੰਦਗੀ 'ਚ ਮੈਂ ਨਹੀਂ ਦੇਖਿਆ ਜੀ। ਬਹੁਤ ਤਗੜੀ ਸ਼ਕਤੀ ਹੈ ਜੀ ਮਹਾਰਾਜ ਸਿੰਘ ਸ਼ਹੀਦਾਂ ਦੀ। ਪਹਿਲਾਂ ਤੁਸੀਂ ਪਾਠ ਕਰਦੇ ਹੁੰਦੇ ਸੀ? ਹਾਂ ਹਾਂਜੀ, ਮੈਂ ਪਹਿਲਾਂ ਪਾਠ ਕਰਦਾ ਸੀ। ਤੇ ਪਾਠ ਮੈਂ ਇੱਦਾਂ ਨਾ ਥੋੜ੍ਹਾ ਜਿਹਾ ਗਲਤ ਸੰਗਤ ਦੇ ਵਿੱਚ ਪੈ ਕੇ ਮੈਂ ਪਾਠ ਆਪਣੇ ਪਹਿਲਾਂ ਜਿੱਤ ਨਾ ਪਿੰਡਾਂ ਵਿੱਚ ਆਪਣੇ ਧੂਫੀਏ ਲਾਉਂਦੇ ਸੀ ਗੁਰਦੁਆਰਾ ਸਾਹਿਬ, ਉੱਥੇ ਰੌਲ ਲਾਉਂਦਾ ਸੀ ਮੈਂ। ਤੇ ਮੁੜ ਕੇ ਬਾਅਦ ਮੈਂ ਕੇਸ ਕਤਲ ਕਰਤੇ ਜੀ। ਕੇਸ ਕਤਲ ਕਰਨ ਦੇ ਵਿੱਚੋਂ ਮੈਂ ਆਪਣੇ ਮੈਂ ਕੇਸ ਕਤਲ ਕਰਤੇ, ਉਦੋਂ ਬਾਅਦ ਮੈਂ ਗਲਤ ਸੰਗਤ 'ਤੇ ਪੈ ਗਿਆ ਜੀ। ਉਹ ਤੋਂ ਬਾਅਦ ਫਿਰ ਮੇਰੀ ਮੈਰਿਜ ਹੋ ਗਈ, ਮੇਰੀ ਹੁਣ 3 ਬੇਟੀਆਂ ਜੀ। ਉਹ ਤੋਂ ਬਾਅਦ ਫਿਰ ਮੇਰੇ ਬੱਚਿਆਂ ਨੇ ਬੋਲਿਆ, ਘਰ ਦੀ ਨੇ ਬੋਲਿਆ ਵੀ ਤੁਸੀਂ ਵਾਲ ਰੱਖ ਲਓ, ਹੁਣ ਵਾਲ ਨਾ ਕਟਾਓ ਜੀ। ਫਿਰ ਮੈਂ ਵਾਲ ਰੱਖ ਲਏ। ਜਿਉਂ ਵਾਲ ਰੱਖ ਲਏ ਜੀ, ਉਹ ਤੋਂ ਬਾਅਦ ਮਹਾਰਾਜ ਨੇ ਇਹੋ ਕਿਰਪਾ ਕਰਤੀ ਜੀ। ਮੈਂ ਬੜੀ ਜ਼ਰ ਗਲਤ ਸੰਗਤ 'ਚ ਰਿਹਾ। ਹੁਣ ਆਪਣੇ 2017 ਤੋਂ ਇਹੋ ਜਿਹੀ ਕਿਰਪਾ ਕੀਤੀ ਪਰਮਾਤਮਾ ਨੇ ਜੀ, ਬਿਲਕੁਲ ਸਹੀ ਆ ਜੀ, ਕੋਈ ਇਹ ਚੀਜ਼ ਦੀ ਪ੍ਰੋਬਲਮ ਨਹੀਂ ਹੈਗੀ। ਮਹਾਰਾਜ ਬਹੁਤ ਵਧੀਆ ਟਾਈਮ ਪਾਸ ਗੁਜ਼ਾਰਾ ਚੱਲ ਰਿਹਾ ਜੀ। ਤੇ ਐਡੀ ਬਹੁਤ ਤਗੜੀ ਸ਼ਕਤੀ ਜੀ ਇਸ ਦਰ ਦੇ ਵਿੱਚ ਸਿੰਘ ਸ਼ਹੀਦਾਂ ਦਾ। ਮੈਂ ਤਾਂ ਇਹਦਾ ਬਹੁਤ ਜ਼ਿਆਦਾ ਸ਼ੁਕਰਾਨਾ ਕੋਟ ਧੰਨਵਾਦ ਕਰਦਾ ਜੀ ਇਹਦਾ। ਇਹਨਾਂ ਦੀ ਦੇਣ ਆ ਜੀ ਮੇਰੇ ਉੱਪਰ ਜੋ। ਨਹੀਂ ਤੇ ਮੈਂ ਜ਼ਿੰਦਗੀ ਭਰ ਹੀ ਮੈਨੂੰ ਟੈਨਸ਼ਨ ਹੋ ਗਈ ਵੀ ਮੈਂ ਸਵੇਰ ਸ਼ਾਮ ਮੈਂ ਕਿੱਦਾਂ ਦਵਾਈ ਖਾਊਂਗਾ ਜੀ ਫਟਾਉਣ। ਜ਼ਿੰਦਗੀ ਭਰ ਹੋ ਵੀ ਇਹੋ ਕੋਈ 2-4 ਦਿਨ ਦਵਾਈ ਹੁੰਦੀ, ਕੋਈ 2 ਸਾਲ ਹੁੰਦੀ ਜੀ। ਕਮ ਸੇ ਕਮ ਉਹਨੇ ਕਿਹਾ ਪੂਰੀ ਲਾਈਫ ਖਾਣੀ ਪੈਣੀ ਹੈ। ਤੇ ਉਹਨਾਂ ਨੇ ਮੈਡਮ ਨੇ ਇੱਕ ਦਿਨ ਹੀ ਕਹਿ ਦਿੱਤਾ ਵੀ ਆਹ ਸਿੰਘ ਸ਼ਹੀਦ ਤੁਹਾਡਾ ਸਹੀ ਕਰਨਗੇ ਜੀ। ਇਹਨਾਂ ਨੇ ਮੇਰੇ 'ਤੇ ਕਿਰਪਾ ਕਰਤੀ ਹੈ ਜੀ, ਤੇ ਬਹੁਤ ਤਗੜੀ ਕਿਰਪਾ। ਮੈਂ ਨਹੀਂ ਘੱਟ ਹੀ ਵੈਸੇ ਉਹਨਾਂ ਮੈਂ ਤਰਨਤਾਰਨ, ਮੈਂ ਇੱਥੇ ਆਪਣੇ ਰੀਨਾ ਗੁਰਦੁਆਰੇ ਅੰਬ ਸਾਹਿਬ ਹੈ ਜੀ ਮੁਹਾਲੀ। ਤੇ ਮੈਂ ਬਾਹਰ ਜੌਬ ਕਰਦਾ ਤੇ ਇੱਥੇ ਜਦੋਂ ਕਦੇ ਆਪਣੇ ਇੱਦਾਂ ਟਾਈਮ ਲੱਗਦਾ ਹੈ ਸੰਡੇ ਨੂੰ ਜਾਂ ਕਦੇ ਹੋਰ ਦਿਨ, ਉਹ ਦਿਨ ਆ ਕੇ ਤੇ ਮੈਂ ਇੱਥੇ ਮੱਥਾ ਟੇਕਣ ਆਏ ਨਾ ਮਹਾਰਾਜ ਦੇ ਘਰ ਜੀ। ਸੋ ਅੱਜ ਅਸੀਂ ਸੰਗਤ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮੁੱਚੀ ਮਾਨਵਤਾ ਦੇ ਲਈ ਸਰਬ ਸਾਂਝੀਵਾਲਤਾ ਦਾ ਉਦੇਸ਼ ਦਿੱਤਾ ਗਿਆ ਹੈ। ਦਾ ਖਾਲਸ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਆਪ ਸਭ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।